इस चैनल ਨੂੰ ਦੇਖ ਲਏ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਜੋ ਆਪਾਂ ਇਸ ਵੀਡੀਓ ਵਿੱਚ ਟੌਪਿਕ ਡਿਸਕਸ ਕਰਨ ਜਾ ਰਹੇ ਆ ਉਹ ਪ੍ਰੋਗਰਾਮ ਕੰਟਰੋਲ ਸਟਰਕਚਰ ਹੈ। ਇਹਨੂੰ ਆਪਾਂ ਟੂ ਵੇ ਸਿਲੈਕਸ਼ਨ ਵੀ ਕਹਿੰਦੇ, ਜਿਵੇਂ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ। ਇਫ ਐਲਸ ਕੰਡੀਸ਼ਨਸ ਹੈ ਉਹ ਟੂ ਵੇ ਸਿਲੈਕਸ਼ਨ ਹੁੰਦੀ ਹੈ, ਆਈਦਰ ਤਾਂ ਟਰੂ ਹੋਊਗੀ ਜਾਂ ਫਾਲਸ ਹੋਊਗੀ। ਜੇ ਕੰਡੀਸ਼ਨ ਟਰੂ ਹੁੰਦੀ ਹੈ ਤਾਂ ਆਪਾਂ ਸਟੇਟਮੈਂਟਸ ਐਗਜ਼ੀਕਿਊਟ ਕਰਦੇ ਹਾਂ ਇੱਕ ਸੈੱਟ, ਜੇ ਸਟੇਟਮੈਂਟ ਫਾਲਸ ਹੁੰਦੀ ਹੈ ਤਾਂ ਆਪਾਂ ਡਿਫਰੈਂਟ ਐਕਸ਼ਨਸ ਆਫ ਸੈੱਟ ਮਤਲਬ ਐਗਜ਼ੀਕਿਊਟ ਕਰਦੇ ਹਾਂ। ਇਹਦੇ ਵਿੱਚ ਇਸ ਵੀਡੀਓ ਵਿੱਚ ਜੋ ਆਪਾਂ ਟੌਪਿਕ ਡਿਸਕਸ ਕਰਾਂਗੇ ਉਹ ਇਫ ਐਲਸ ਨਾਲ ਇਲਸ ਕੀ ਸਟੇਟਮੈਂਟਸ ਕੀ ਹੁੰਦੀਆਂ ਨੇ, ਨੈਸਟਡ ਇਫ ਸਟੇਟਮੈਂਟਸ ਕੀ ਹੁੰਦੀਆਂ ਨੇ, ਡੈਂਗਲਿੰਗ ਐਸ ਪ੍ਰੋਬਲਮ ਕੀ ਹੁੰਦੀ ਹੈ, ਸਿੰਪਲੀਫਾਈਡ ਇਫ ਸਟੇਟਮੈਂਟ ਨੂੰ ਸਿੰਪਲੀਫਾਈਡ ਕਿਵੇਂ ਕੀਤਾ ਜਾ ਸਕਦਾ ਅਤੇ ਕੰਡੀਸ਼ਨਲ ਐਕਸਪ੍ਰੈਸ਼ਨਸ ਕੀ ਹੁੰਦੇ ਨੇ। ਸਭ ਤੋਂ ਪਹਿਲਾਂ ਆਪਾਂ ਇਫ ਐਲਸ ਬਾਰੇ ਡਿਸਕਸ ਕਰਦੇ ਹਾਂ। ਇਫ ਐਲਸ ਦੇ ਵਿੱਚ ਆਪਾਂ ਇੱਕ ਡਿਸੀਜਨ ਕੰਡੀਸ਼ਨ ਲਿਖਦੇ ਹਾਂ। ਇਫ ਦੇ ਵਿੱਚ ਜੇ ਉਹਦੀ ਵੈਲਿਊ ਕੰਡੀਸ਼ਨ ਦੀ ਵੈਲਿਊ ਟਰੂ ਹੋਵੇ ਤਾਂ ਆਪਾਂ ਟਰੂ ਐਕਸ਼ਨ ਪਰਫੋਰਮ ਕਰਦੇ ਹਾਂ, ਜੇ ਉਹਦੀ ਵੈਲਿਊ ਫਾਲਸ ਆਵੇ ਤਾਂ ਆਪਾਂ ਫਾਲਸ ਐਕਸ਼ਨ ਨੂੰ ਪਰਫੋਰਮ ਕਰਦੇ ਹਾਂ। ਨੈਕਸਟ ਸਲਾਈਡ ਦੇ ਵਿੱਚ ਜਿਵੇਂ ਉਸ ਦਾ ਕੋਡ ਵੀ ਦਿੱਤਾ ਹੋਇਆ ਹੈ। ਇਫ ਬ੍ਰੈਕਟ ਦੇ ਵਿੱਚ ਆਪਾਂ ਐਕਸਪ੍ਰੈਸ਼ਨ ਲਿਖਦੇ ਹਾਂ ਸਟੇਟਮੈਂਟ 1 ਅਤੇ ਨੀਚੇ ਐਲਸ ਲਿਖ ਕੇ ਸਟੇਟਮੈਂਟ 2। ਜੇ ਐਕਸਪ੍ਰੈਸ਼ਨ ਦੀ ਵੈਲਿਊ ਟਰੂ ਹੋਊਗੀ ਤਾਂ ਸਟੇਟਮੈਂਟ 1 ਐਗਜ਼ੀਕਿਊਟ ਹੋਊਗੀ, ਜੇ ਐਕਸਪ੍ਰੈਸ਼ਨ ਦੀ ਵੈਲਿਊ ਫਾਲਸ ਹੋਊਗੀ ਤਾਂ ਸਟੇਟਮੈਂਟ 2 ਐਗਜ਼ੀਕਿਊਟ ਹੋਊਗੀ। ਹੁਣ ਇਫ ਐਲਸ ਲਿਖਣ ਦੇ ਕੁਛ ਰੂਲਸ ਨੇ, ਉਹ ਆਪਾਂ ਕਿਵੇਂ ਐਕਸਪ੍ਰੈਸ਼ਨ ਹਮੇਸ਼ਾ ਪੈਰੈਂਥਿਸ ਦੇ ਵਿੱਚ ਲਿਖਣਾ, ਮਤਲਬ ਜੋ ਬ੍ਰੈਕਟਸ ਆਪਾਂ ਤੁਸੀਂ ਪਿਛਲੀ ਸਕਰੀਨ ਦੇ ਵਿੱਚ ਦੇਖੀਆਂ ਸੀ। ਕੋਈ ਵੀ ਸੈਮੀਕੋਲਨ ਨਹੀਂ ਯੂਜ਼ ਕੀਤਾ ਜਾਊਗਾ। ਸੈਮੀਕੋਲਨ ਹਮੇਸ਼ਾ ਆਪਾਂ ਸਟੇਟਮੈਂਟ ਦੇ ਐਂਡ ਕਰਨ ਵਾਸਤੇ ਯੂਜ਼ ਕਰਦੇ ਹਾਂ। ਜੇ ਆਪਾਂ ਇਫ ਐਲਸ ਦੇ ਵਿੱਚ ਕਿਤੇ ਸੈਮੀਕੋਲਨ ਲਾਤਾ ਤਾਂ ਉੱਥੇ ਸਟੇਟਮੈਂਟ ਐਂਡ ਹੋ ਜੂ, ਜਿਸ ਦੇ ਨਾਲ ਆਪਣਾ ਕੋਡ ਖਰਾਬ ਹੋ ਜੂਗਾ। ਹਮੇਸ਼ਾ ਐਕਸਪ੍ਰੈਸ਼ਨ ਦੇ ਸਾਈਡ ਇਫੈਕਟ ਹੁੰਦੇ ਨੇ। ਜੋ ਵੀ ਐਕਸਪ੍ਰੈਸ਼ਨ ਲਿਖਦੇ ਹਾਂ ਉਹ ਜਿਵੇਂ ਇਵੈਲੂਏਟ ਹੁੰਦਾ ਟਰੂ ਜਾਂ ਫਾਲਸ, ਉਹਦੇ ਅਕੋਰਡਿੰਗ ਆਪਾਂ ਐਕਸ਼ਨ ਐਗਜ਼ੀਕਿਊਟ ਹੁੰਦੇ ਨੇ। ਅਤੇ ਆਪਾਂ ਇਫ ਐਲਸ ਦੇ ਵਿੱਚ ਕੰਡੀਸ਼ਨਸ ਦੇ ਅਕੋਰਡਿੰਗਲੀ ਸਟੇਟਮੈਂਟ ਨੂੰ ਸਵੈਪ ਕੀ ਕਰ ਸਕਦੇ ਹਾਂ। ਜੇ ਐਕਸਪ੍ਰੈਸ਼ਨ ਦੇ ਇਹਦਾ ਮਤਲਬ ਇਹ ਹੁੰਦਾ ਜਿਵੇਂ ਐਕਸਪ੍ਰੈਸ਼ਨ ਦੀ ਵੈਲਿਊ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਜੇ ਇੱਕ ਐਕਸਪ੍ਰੈਸ਼ਨ ਦਾ ਰਿਜ਼ਲਟ ਟਰੂ ਜਾਂ ਫਾਲਸ ਆ ਗਿਆ, ਆਪਾਂ ਉਹਦੇ ਅੱਗੇ ਨੋਟ ਆਪਰੇਟਰ ਲਾ ਕੇ ਉਸਨੂੰ ਫਾਲਸ ਜਾਂ ਟਰੂ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਆਹ ਸਿੰਪਲ ਕੁਛ ਬੇਸਿਕ ਰੂਲ ਹੁੰਦੇ ਨੇ ਇਫ ਐਲਸ ਦੇ ਵਿੱਚ, ਆਪਾਂ ਅੱਗੇ ਡਿਸਕਸ ਕਰਦੇ ਹਾਂ। ਇਹਦੀ ਐਗਜ਼ਾਮਪਲਾਂ ਬਾਰੇ ਦੇਖਦੇ ਹਾਂ। ਸਭ ਤੋਂ ਪਹਿਲਾ ਐਗਜ਼ਾਮਪਲ ਜਿਵੇਂ ਇਫ ਆਈ ਇਕੁਅਸ ਟੂ 3, ਜੇ ਇੱਥੇ ਆਈ ਦੀ ਵੈਲਿਊ 3 ਹੋ ਗਈ ਤਾਂ ਏ ਪਲੱਸ ਪਲੱਸ ਦਾ ਮਤਲਬ ਆਪਾਂ ਆਪਰੇਟਰ ਦੇ ਵਿੱਚ ਪੜ੍ਹਿਆ ਸੀ ਇਨਕਰੀਮੈਂਟ ਆਪਰੇਟਰ। ਇਹ ਏ ਦੀ ਵੈਲਿਊ 1 ਵੱਧ ਜੂਗੀ, ਮਤਲਬ ਏ ਇਕੁਅਸ ਟੂ ਏ ਪਲੱਸ 1 ਹੈ ਇਹ। ਜੇ ਏ ਦੀ ਵੈਲਿਊ 1 ਹੈ ਤਾਂ 2 ਹੋ ਜੂਗੀ। ਜੇ ਐਕਸਪ੍ਰੈਸ਼ਨ ਦੀ ਵੈਲਿਊ 3 ਨਹੀਂ ਹੈਗੀ ਤਾਂ ਏ ਦੀ ਵੈਲਿਊ ਘੱਟ ਜੂਗੀ। ਇਹ ਇੱਕ ਸਿੰਪਲ ਐਗਜ਼ਾਮਪਲ ਹੈ ਜਿਹੜੀ ਤੁਹਾਨੂੰ ਸਕਰੀਨ 'ਤੇ ਦਿਖ ਰਹੀ ਹੈ ਇਫ ਐਲਸ ਦੀ। ਹੁਣ ਇਸ ਤੋਂ ਬਾਅਦ ਜੋ ਨੈਕਸਟ ਸਲਾਈਡ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਮੈਂ, ਇਹ ਕੰਪਾਊਂਡਡ ਸਟੇਟਮੈਂਟ ਐਗਜ਼ਾਮਪਲ ਹੈ। ਇਸ ਤੋਂ ਪਹਿਲਾਂ ਜੋ ਆਪਾਂ ਸਟੇਟਮੈਂਟ ਲਿਖ ਰਹੇ ਸੀ ਸਿਰਫ ਇਫ ਐਲਸ ਦੇ ਵਿੱਚ ਇੱਕ ਸਟੇਟਮੈਂਟ ਲਿਖ ਰਹੇ ਸੀ, ਅਤੇ ਹੁਣ ਜੋ ਆਪਾਂ ਦੇਖ ਰਹੇ ਹਾਂ ਇਹ ਕੰਪਾਊਂਡਡ ਸਟੇਟਮੈਂਟ ਦੇ ਇੱਕ ਤੋਂ ਵੱਧ ਸਟੇਟਮੈਂਟਸ ਲਿਖ ਰਹੇ ਹਾਂ ਇਫ ਦੇ ਵਿੱਚ, ਅਤੇ ਇੱਕ ਤੋਂ ਵੱਧ ਸਟੇਟਮੈਂਟ ਆਪਾਂ ਐਲਸ ਦੇ ਵਿੱਚ ਲਿਖ ਰਹੇ ਹਾਂ। ਇਸ ਨੂੰ ਲਿਖਣ ਦਾ ਮੇਨ ਹੈ ਆਪਾਂ ਇੱਕ ਬਲੋਕ ਬਣਾ ਲੈਂਦੇ ਹਾਂ, ਜਿਵੇਂ ਕਿ ਸਟੇਟਮੈਂਟਸ ਬਲੋਕ ਕਹਿੰਦੇ ਆ ਜਿਹਨੂੰ। ਇਹ ਬ੍ਰੇਸਿਸ ਦੇ ਵਿੱਚ ਲਿਖਿਆ ਜਾਂਦਾ। ਜਿਵੇਂ ਇਫ ਸਟੇਟਮੈਂਟ ਜਦੋਂ ਐਕਸਪ੍ਰੈਸ਼ਨ ਤੋਂ ਬਾਅਦ ਲਿਖਿਆ ਆਪਾਂ ਬ੍ਰੇਸਿਸ ਸ਼ੁਰੂ ਕਰ ਦਾਂਗੇ ਅਤੇ ਐਲਸ ਤੋਂ ਪਹਿਲਾਂ ਬੰਦ ਕਰ ਦੇਣਗੇ। ਉਹ ਸਾਰੀਆਂ ਸਟੇਟਮੈਂਟ ਇਫ ਮਤਲਬ ਟਰੂ ਕੰਡੀਸ਼ਨ ਲਈ ਐਗਜ਼ੀਕਿਊਟ ਹੋਣਗੀਆਂ। ਇਸੇ ਤਰ੍ਹਾਂ ਐਲਸ ਤੋਂ ਬਾਅਦ ਬ੍ਰੇਸਿਸ ਸ਼ੁਰੂ ਕਰਾਂਗੇ ਅਤੇ ਕੁਛ ਸਟੇਟਮੈਂਟ ਲਿਖਣ ਤੋਂ ਬਾਅਦ ਬੰਦ ਕਰ ਦਾਂਗੇ ਤਾਂ ਉਹ ਸਾਰੀਆਂ ਸਟੇਟਮੈਂਟਸ ਫਾਲਸ ਲਈ ਐਗਜ਼ੀਕਿਊਟ ਹੋਣਗੀਆਂ ਕੰਡੀਸ਼ਨ 'ਤੇ। ਇਸ ਸਲਾਈਡ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਆਪਾਂ ਐਕਸਪ੍ਰੈਸ਼ਨ ਦੀ ਵੈਲਿਊ ਅੱਗੇ ਨੋਟ ਲਾਤਾ, ਐਕਸਪ੍ਰੈਸ਼ਨ ਅੱਗੇ ਨੋਟ ਲਾਤਾ। ਇਹਦਾ ਮਤਲਬ ਕੀ ਹੈ ਕਿ ਹੁਣ ਜੋ ਐਕਸਪ੍ਰੈਸ਼ਨ ਦੀ ਵੈਲਿਊ ਹੈ ਜੇ ਟਰੂ ਸੀ ਤਾਂ ਫਾਲਸ ਹੋ ਜੂਗੀ, ਜੋ ਫਾਲਸ ਸੀ ਟਰੂ ਹੋ ਜੂਗੀ। ਇਹ ਦੋਨੇ ਤਰੀਕੇ ਸਿਰਫ ਇਸ ਤਰੀਕਾ ਦਿਖਾਏ ਹੋਏ ਕਿ ਇੱਕ ਓਰੀਜਨਲ ਦੱਸਿਆ ਹੋਇਆ, ਇੱਕ ਕੰਪਲੀਮੈਂਟਡ। ਮਤਲਬ ਸਿਰਫ ਆਪਾਂ ਸਟੇਟਮੈਂਟਸ ਚੇਂਜ ਕਰਕੇ ਤਾਂ ਇਹਨਾਂ ਦਾ ਰਿਜ਼ਲਟ ਸੇਮ ਆਊਗਾ। ਜਿਵੇਂ ਟਰੂ ਵਾਲੀ ਕੰਡੀਸ਼ਨਸ ਐਗਜ਼ੀਕਿਊਟ ਹੋਣਗੀਆਂ, ਫਾਲਸ ਲਈ ਐਲਸ ਵਾਲੀ ਕੰਡੀਸ਼ਨ ਐਗਜ਼ੀਕਿਊਟ ਹੋ ਜਾਣਗੀਆਂ। ਜਦੋਂ ਆਪਾਂ ਨੋਟ ਆਪਰੇਟਰ ਲਾਤਾ ਤਾਂ ਇਹ ਸਵਿਚ ਹੋ ਜਾਣਗੇ ਇੱਕ ਦੂਸਰੇ ਨਾਲ ਸਟੇਟਮੈਂਟਸ। ਹੁਣ ਆਪਾਂ ਡਿਸਕਸ ਕਰ ਰਹੇ ਹਾਂ ਨਲ ਐਲਸ ਸਟੇਟਮੈਂਟ। ਇੱਕ ਹੋਰ ਕੈਟਾਗਰੀ ਸੀ ਆਪਾਂ ਨਲ ਐਲਸ। ਨਲ ਐਲਸ ਦੇ ਵਿੱਚ ਕੁਛ ਨਹੀਂ, ਸਿਰਫ ਆਪਾਂ ਐਲਸ ਦੀ ਸਟੇਟਮੈਂਟ ਨੂੰ ਹਟਾ ਦਿੰਦੇ ਹਾਂ, ਸਿਰਫ ਇਫ ਲਿਖ ਦਿੰਦੇ ਹਾਂ ਕਿ ਐਲਸ ਦੇ ਵਿੱਚ ਫਾਲਸ ਦੇ ਲਈ ਕੋਈ ਵੀ ਐਕਸ਼ਨ ਪਰਫੋਰਮ ਨਹੀਂ ਕਰਦੇ, ਉਹਨੂੰ ਆਪਾਂ ਨਲ ਐਲਸ ਸਟੇਟਮੈਂਟ ਬੋਲ ਦਿੰਦੇ ਹਾਂ। ਜਾਂ ਸਟੇਟਮੈਂਟ ਐਲਸ ਖਾਲੀ ਵੀ ਲਿਖ ਸਕਦੇ ਹਾਂ ਜਾਂ ਬਿਨਾਂ ਲਿਖੇ ਵੀ ਆਪਣਾ ਕੰਮ ਚੱਲ ਸਕਦਾ। ਸਿਰਫ ਇਫ ਕੰਡੀਸ਼ਨ ਦੇ ਵਿੱਚ ਜੋ ਸਟੇਟਮੈਂਟਸ ਐਗਜ਼ੀਕਿਊਟ ਕਰਨੀਆਂ ਨੇ ਆਪਾਂ ਉਹ ਐਗਜ਼ੀਕਿਊਟ ਕਰਵਾਵਾਂਗੇ। ਨਾਲ ਇਫ ਸਟੇਟਮੈਂਟ ਵੀ ਹੁੰਦੀ ਹੈ। ਇਸ ਦੇ ਵਿੱਚ ਆਪਾਂ ਕੰਪਲੀਮੈਂਟ ਆਹ ਤਰੀਕਾ ਯੂਜ਼ ਕਰਾਂਗੇ।
ਮੀਨਸ ਆਪਾਂ ਐਲਸ ਨਹੀਂ ਲਿਖਾਂਗੇ, ਪਰ ਜੋ ਐਲਸ ਵਾਲੀ ਚੀਜ਼ ਪਰਫੋਰਮ ਕਰਵਾਉਣੀ ਹੈ, ਫਾਲਸ ਲਈ ਪਰਫੋਰਮ ਕਰਵਾਉਣੀਆਂ ਚੀਜ਼ਾਂ, ਤਾਂ ਆਪਾਂ ਫਾਲਸ ਦੇ ਅੱਗੇ ਨੋਟ ਲਾ ਦਾਂਗੇ, ਜਿਹੜਾ ਟਰੂ 'ਚ ਕਨਵਰਟ ਹੋ ਜੂ ਤਾਂ ਆਪਣੀਆਂ ਉਹ ਸਟੇਟਮੈਂਟ ਐਗਜ਼ੀਕਿਊਟ ਹੋ ਜਾਣਗੀਆਂ। ਇਸ ਨੂੰ ਨਲ ਇਫ ਸਟੇਟਮੈਂਟ ਕਹਿ ਦਿੰਦੇ ਹਾਂ। ਇਸ ਦੇ ਵਿੱਚ ਸਿਰਫ ਆਪਾਂ ਐਕਸਪ੍ਰੈਸ਼ਨ ਦੀ ਵੈਲਿਊ ਨੂੰ ਕੰਪਲੀਮੈਂਟ ਕਰ ਦਿੰਦੇ ਹਾਂ। ਹੁਣ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਇਫ ਐਲਸ ਦੀ। ਇਸ ਦੇ ਵਿੱਚ ਕੀ ਹੈ, ਇਸ ਐਗਜ਼ਾਮਪਲ ਦੇ ਵਿੱਚ 2 ਇੰਟੀਜਰ ਲੈਣੀਆਂ ਨੇ ਆਪਾਂ, ਜਿਹੜੇ ਆਪਾਂ ਇਨਪੁੱਟ ਲਵਾਂਗੇ ਕੀਬੋਰਡ ਤੋਂ ਸਕੈਨ ਕਰਾਵਾਂਗੇ। ਉਸ ਤੋਂ ਬਾਅਦ ਉਹਨਾਂ ਦੋਨਾਂ ਵੈਲਿਊਜ਼ ਨੂੰ ਚੈੱਕ ਕਰਾਂਗੇ ਕਿ a ਲੈਸ ਦੈਨ ਇਕੁਅਲਸ ਟੂ b ਹੈ। ਜੇ a ਲੈਸ ਦੈਨ b ਹੈ ਤਾਂ ਆਪਾਂ ਉਹ ਵੈਲਿਊ ਪ੍ਰਿੰਟ ਕਰਾਵਾਂਗੇ, ਅਦਰਵਾਈਜ਼ ਐਲਸ ਵਾਲੀ ਵੈਲਿਊ ਪ੍ਰਿੰਟ ਕਰਾਵਾਂਗੇ, ਜੋ ਵੀ ਆਪਣਾ ਰਿਜ਼ਲਟ ਆਊਗਾ। ਇਹ ਇਫ ਐਲਸ ਕੰਡੀਸ਼ਨ ਹੈ, ਸਿਰਫ ਇਫ ਅਤੇ ਐਲਸ ਸਿੰਗਲ ਸਟੇਟਮੈਂਟ ਦੇ ਥਰੂ। ਇਸ ਤੋਂ ਬਾਅਦ ਆਪਾਂ ਨੈਸਟਡ ਇਫ ਐਲਸ ਸਟੇਟਮੈਂਟ ਬਾਰੇ ਦੇਖਾਂਗੇ। ਨੈਸਟਡ ਦਾ ਕੀ ਮਤਲਬ ਹੁੰਦਾ ਹੈ, ਇੱਕ ਦੇ ਵਿੱਚ ਦੂਜਾ, ਮਤਲਬ ਇੱਕ ਇਫ ਦੇ ਵਿੱਚ ਹੋਰ ਇੱਕ ਇਫ ਐਲਸ ਸਟੇਟਮੈਂਟ ਲਿਖਦੀ, ਆਪਾਂ ਉਹਨਾਂ ਨੂੰ ਨੈਸਟਡ ਸਟੇਟਮੈਂਟ ਬੋਲਦੇ ਨੇ। ਜਿਵੇਂ ਤੁਸੀਂ ਸਕਰੀਨ 'ਤੇ ਵੀ ਦੇਖ ਸਕਦੇ ਹੋ, ਲੋਜੀਕਲ ਫਲੋ ਪਹਿਲਾਂ ਦੇਖ ਸਕਦੇ ਹੋ। ਐਕਸਪ੍ਰੈਸ਼ਨ 1 ਜੇ ਇਹਦੀ ਵੈਲਿਊ ਟਰੂ ਹੈ ਤਾਂ ਆਪਾਂ ਐਕਸਪ੍ਰੈਸ਼ਨ 2 ਐਗਜ਼ੀਕਿਊਟ ਕਰਾਂਗੇ, ਉਹਨਾਂ ਦੀ ਫਿਰ ਟਰੂ ਹੈ ਵੈਲਿਊ ਸਟੇਟਮੈਂਟ ਐਗਜ਼ੀਕਿਊਟ ਕਰਾਂਗੇ 1 ਜਾਂ 2। ਇਸ ਦੇ ਅਕੋਰਡਿੰਗਲੀ ਜਿਵੇਂ ਆਪਾਂ ਕੋਡ ਦੇਖਦੇ ਹਾਂ, ਜਿਵੇਂ ਐਕਸਪ੍ਰੈਸ਼ਨ 1 ਟਰੂ ਹੈ ਤਾਂ ਆਪਣਾ ਸੈਕਿੰਡ ਇਫ ਇਸ ਦੇ ਵਿੱਚ ਰੋਲ ਪਲੇ ਕਰੂਗੀ, ਫਿਰ ਉਸ ਦੇ ਵਿੱਚ ਆਪਾਂ ਸੈਕਿੰਡ ਐਕਸਪ੍ਰੈਸ਼ਨ ਦੇਖਾਂਗੇ, ਉਸ ਦੇ ਅਕੋਰਡਿੰਗ ਆਪਾਂ ਸਟੇਟਮੈਂਟ 1 ਅਤੇ ਸਟੇਟਮੈਂਟ 2 ਐਗਜ਼ੀਕਿਊਟ ਕਰਾਵਾਂਗੇ। ਜੇ ਇਸ ਐਕਸਪ੍ਰੈਸ਼ਨ ਵੈਲਿਊਜ਼ ਦੀ ਪਹਿਲਾਂ ਹੀ ਫਾਲਸ ਆ ਜਾਂਦੀ ਹੈ ਤਾਂ ਆਪਾਂ ਸਟੇਟਮੈਂਟ 3 ਐਗਜ਼ੀਕਿਊਟ ਹੋਊਗੀ। ਨੈਸਟਡ ਇਫ ਸਟੇਟਮੈਂਟ ਦੀ ਐਗਜ਼ਾਮਪਲ ਆਪਾਂ ਦੇਖਦੇ ਹਾਂ, ਉਹੀ ਸੇਮ ਐਗਜ਼ਾਮਪਲ ਹੈ। ਇਸ ਦੇ ਵਿੱਚ ਆਪਾਂ 2 ਇੰਟੀਜਰ ਫੇਰ ਲੈਤੇ ਨੇ। ਇਸ ਦੇ ਵਿੱਚ ਜਦੋਂ ਆਪਾਂ ਪਹਿਲਾਂ a ਲੈਸ ਦੈਨ ਇਕੁਅਲਸ ਟੂ b ਚੈੱਕ ਕੀਤਾ ਸੀ, ਜੇ a ਦੀ ਵੈਲਿਊ b ਤੋਂ ਘੱਟ ਹੈ ਤਾਂ ਆਪਾਂ ਫਿਰ ਦੁਬਾਰਾ ਕੰਡੀਸ਼ਨ ਦੇ ਵਿੱਚ ਆ ਜਾਂਦੇ ਹਾਂ, ਜਾਂ ਬਰਾਬਰ ਹੈ। ਇਹਨਾਂ ਦੋਨਾਂ ਦੇ ਕਰਕੇ ਆਪਾਂ ਇਫ ਦੀ ਕੰਡੀਸ਼ਨ ਵਿੱਚ ਆ ਜਾਂਦੇ ਹਾਂ, a ਲੈਸ ਦੈਨ b ਦੁਬਾਰਾ ਚੈੱਕ ਕਰਦੇ ਹਾਂ, ਉਸ ਦੇ ਅਕੋਰਡਿੰਗਲੀ ਆਪਾਂ ਪ੍ਰਿੰਟ ਐਫ ਸਟੇਟਮੈਂਟ ਦੇ ਥਰੂ ਆਪਾਂ ਇਹ ਰਿਜ਼ਲਟ ਡਿਸਪਲੇ ਕਰਦੇ ਹਾਂ। ਇਫ ਐਲਸ ਸਟੇਟਮੈਂਟ ਦੀ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜਦੋਂ ਆਪਾਂ ਨੈਸਟਡ ਇਫ ਐਲਸ ਯੂਜ਼ ਕਰਦੇ ਹਾਂ, ਤਾਂ ਕਿ ਕਿਹੜਾ ਐਲਸ ਕਿਹੜੇ ਇਫ ਨੂੰ ਬਿਲੋਂਗ ਕਰਦਾ ਹੈ, ਆਪਾਂ ਉਸ ਦੇ ਬਾਰੇ ਦੇਖਦੇ ਹਾਂ ਅੱਗੇ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਇਹਨੂੰ ਡੈਂਗਲਿੰਗ ਐਲਸ ਪ੍ਰੋਬਲਮ ਬੋਲਦੇ ਨੇ, ਕਿ ਜਦੋਂ ਆਪਾਂ ਕੋਈ ਐਲਸ ਘੱਟ ਲਿਖਤਾ, ਇਫ ਜ਼ਿਆਦਾ ਲਿਖਤੀਆਂ, ਐਲਸ ਘੱਟ ਲਿਖਤਾ, ਤਾਂ ਉਹ ਐਲਸ ਕਿਹੜੀ ਇਫ ਨਾਲ ਅਟੈਚ ਹੈ, ਇਸ ਚੀਜ਼ ਦੀ ਪ੍ਰੋਬਲਮ ਆਉਂਦੀ ਹੈ। ਤਾਂ ਕੋਡ ਆਟੋਮੈਟਿਕਲੀ ਜਿਹੜੀ ਲਾਸਟ ਇਫ ਹੁੰਦੀ ਹੈ ਉਹ ਫਸਟ ਐਲਸ ਨਾਲ ਬਿਲੋਂਗ ਕਰਦੀ ਹੁੰਦੀ ਹੈ। ਚਾਹੇ ਕੋਡ ਕਿਸੇ ਵੀ ਤਰੀਕੇ ਨਾਲ ਲਿਖਿਆ ਹੋਵੇ, ਕੰਪਾਈਲਰ ਉਸ ਨੂੰ ਉਸ ਤਰੀਕੇ ਨਾਲ ਹੀ ਸਮਝਦਾ ਕਿ ਜੋ ਲਾਸਟ ਇਫ ਹੈ ਤਾਂ ਫਸਟ ਐਲਸ ਨਾਲ ਬਿਲੋਂਗ ਕਰੂਗੀ। ਜਿਵੇਂ ਤੁਸੀਂ ਕੋਡ 'ਚ ਵੀ ਦੇਖ ਸਕਦੇ ਹੋ ਕਿ ਆਪਾਂ ਨੇ ਇੱਕ ਐਕਸਪ੍ਰੈਸ਼ਨ ਲਿੱਤਾ, ਇਫ ਐਕਸਪ੍ਰੈਸ਼ਨ, ਫਿਰ ਇੱਕ ਐਕਸਪ੍ਰੈਸ਼ਨ ਲਿੱਤਾ, ਤਾਂ ਫਿਰ ਇੱਕ ਐਲਸ ਲਿੱਤੀ, ਤਾਂ ਉਸਨੇ ਲਾਸਟ ਵਾਲੀ ਜੋ ਇਫ ਸੀ ਉਹ ਫਸਟ ਵਾਲੀ ਐਲਸ ਨਾਲ ਕੰਬਾਈਨ ਕਰਕੇ ਇੱਕ ਇਫ ਐਲਸ ਕੰਡੀਸ਼ਨ ਬਣਾਤੀ, ਅਤੇ ਜੋ ਉਸ ਤੋਂ ਉੱਪਰ ਇਫ ਲੱਗਿਆ ਹੋਇਆ ਸੀ ਉਹਦੀ ਕੋਈ ਵੀ ਐਲਸ ਕੰਡੀਸ਼ਨ ਨਹੀਂ ਰਹੀ। ਜੇ ਆਪਾਂ ਕੋਡ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਲਿਖਣਾ ਚਾਹ ਰਿਹਾ ਸੀ ਕਿ ਜੋ ਫਸਟ ਐਕਸਪ੍ਰੈਸ਼ਨ ਵਾਲੀ ਇਫ ਹੈ ਤਾਂ ਐਲਸ ਜਿਹੜੀ ਸਟੈਕਿੰਗ ਸਟੇਟਮੈਂਟ ਵਾਲਾ ਉਹ ਫਸਟ ਐਕਸਪ੍ਰੈਸ਼ਨ ਨਾਲ ਬਿਲੋਂਗ ਕਰਦਾ ਹੈ, ਪਰ ਇਸ ਦੇ ਵਿੱਚ ਜਦੋਂ ਆਪਾਂ ਇੱਕ ਐਲਸ ਹੋਰ ਨਹੀਂ ਲਿਖਿਆ ਇਫ ਨਾਲ, ਤਾਂ ਆਪਣੀ ਇਹ ਇਸ਼ੂ ਕਰੂਗੀ ਸਟੇਟਮੈਂਟ। ਇਸ ਦਾ ਸਹੀ ਤਰੀਕਾ ਹੈ ਲਿਖਣ ਦਾ ਹੈ ਕਿ ਤੁਸੀਂ ਬ੍ਰੇਸਿਸ ਲਾ ਕੇ ਲਿਖੋ ਤਾਂ ਤੁਹਾਡਾ ਕੋਡ ਜ਼ਿਆਦਾ ਇਫੈਕਟਿਵ ਹੋਊਗਾ। ਇਹਨੂੰ ਆਪਾਂ ਡੈਂਗਲਿੰਗ ਐਲਸ ਪ੍ਰੋਬਲਮ ਹੈ, ਜਦੋਂ ਆਪਾਂ ਕੋਡ ਦੇ ਵਿੱਚ ਕੋਈ ਗਲਤੀ ਕਰਦੇ ਹਾਂ। ਇਸ ਸਲਾਈਡ ਦੇ ਵਿੱਚ ਐਕਸਪ੍ਰੈਸ਼ਨ 1 ਨੂੰ ਜਦੋਂ ਆਪਾਂ ਐਗਜ਼ੀਕਿਊਟ ਕੀਤਾ ਇਫ ਦੇ ਵਿੱਚ, ਤਾਂ ਇੱਕ ਹੋਰ ਇਫ ਸਟੇਟਮੈਂਟ ਆ ਗਈ, ਠੀਕ ਹੈ। ਇਸ ਤਰ੍ਹਾਂ ਨਾਲ ਜਦੋਂ ਆਪਾਂ ਬ੍ਰੇਸਿਸ ਯੂਜ਼ ਕਰ ਲਈਆਂ ਉਸ ਐਕਸਪ੍ਰੈਸ਼ਨ ਦੇ ਲਈ, ਉਸ ਪੂਰੇ ਕੋਡ ਬਲੋਕ ਲਈ, ਤਾਂ ਇਹ ਆਟੋਮੈਟਿਕਲੀ ਕੰਪਾਈਲਰ ਨੂੰ ਪਤਾ ਲੱਗ ਗਿਆ ਕਿ ਇਹ ਐਲਸ ਉਸ ਇਫ ਨਾਲ ਬਿਲੋਂਗ ਕਰਦੀ ਹੈ। ਜੋ ਪਿੱਛੇ ਸਲਾਈਡ ਦੇ ਵਿੱਚ ਆਪਾਂ ਪ੍ਰੋਬਲਮ ਦੇਖੀ ਸੀ ਉਹ ਇਸ ਤਰੀਕੇ ਨਾਲ ਬ੍ਰੇਸਿਸ ਲਗਾ ਕੇ ਸੋਲਵ ਕੀਤੀ ਜਾ ਸਕਦੀ ਹੈ। ਇਸ ਨੂੰ ਲਿਖਣ ਲੱਗੇ ਕਾਫੀ ਧਿਆਨ ਰੱਖਣਾ ਪੈਂਦਾ ਹੈ, ਤਾਂ ਕਰਕੇ ਇਫ ਐਲਸ ਜਦੋਂ ਵੀ ਲਿਖੋ ਤਾਂ ਬ੍ਰੇਸਿਸ ਪ੍ਰੋਪਰ ਤਰੀਕੇ ਨਾਲ ਯੂਜ਼ ਕਰੋ। ਇੱਕ ਕੋਡ ਦਾ ਪੈਟਰਨ ਵੀ ਇਸ ਤਰੀਕੇ ਨਾਲ ਹੋਣਾ ਚਾਹੀਦਾ, ਇਸ ਨੂੰ ਦੇਖ ਕੇ ਵੀ ਪਤਾ ਲੱਗਣਾ ਚਾਹੀਦਾ ਕਿ ਕਿਹੜੀ ਇਫ ਨਾਲ ਕਿਹੜੀ ਐਲਸ ਬਿਲੋਂਗ ਕਰਦੀ ਹੈ। ਉਸ ਤੋਂ ਬਾਅਦ ਆਪਣਾ ਇੱਕ ਹੋਰ ਟੋਪਿਕ ਸੀ ਸਿੰਪਲੀਫਾਈ ਦਾ ਕੰਡੀਸ਼ਨ, ਕਿ ਆਪਾਂ ਕੰਡੀਸ਼ਨਸ ਨੂੰ ਕਿਵੇਂ ਸਿੰਪਲੀਫਾਈ ਕਰੀਏ। ਜਿਵੇਂ ਇਸ 'ਚ ਕੋਈ ਜ਼ਿਆਦਾ ਕੁਛ ਨਹੀਂ ਸੀ, ਜਿਵੇਂ ਓਰੀਜਨਲ ਸਟੇਟਮੈਂਟ ਸੀ A ਨੋਟ ਇਕੁਅਲਸ ਟੂ 0, A ਇਕੁਅਲਸ ਟੂ 0, ਇਹਨੂੰ ਆਪਾਂ ਡਾਇਰੈਕਟਲੀ ਇਫ ਦੇ ਵਿੱਚ A ਅਤੇ ਕੰਪਲੀਮੈਂਟ A ਲਿਖ ਸਕਦੇ ਹਾਂ। ਜਦੋਂ ਵੀ ਕੋਈ ਵੈਲਿਊ A ਦੀ ਵੈਲਿਊ ਜੇ 0 ਹੋਊਗੀ ਤਾਂ ਐਕਸਪ੍ਰੈਸ਼ਨ ਫੋਲਸ ਹੋਊਗਾ, ਜੇ 1 ਹੋਊਗੀ ਐਕਸਪ੍ਰੈਸ਼ਨ ਟਰੂ ਹੋਊਗਾ। ਇਸ ਦੇ ਅਕੋਰਡਿੰਗਲੀ ਆਪਣੀ ਇਫ ਐਲਸ ਕੰਡੀਸ਼ਨ ਐਗਜ਼ੀਕਿਊਟ ਹੋ ਜਾਣਗੀਆਂ। ਇਸ ਨੂੰ ਸਿੰਪਲੀਫਾਈ ਦਾ ਕੰਡੀਸ਼ਨ ਕਹਿੰਦੇ ਕਿ ਆਪਾਂ ਥੋੜ੍ਹਾ ਜਿਹੀ ਐਕਸਪ੍ਰੈਸ਼ਨ ਨੂੰ ਛੋਟਾ ਕਰਕੇ ਲਿਖੀਏ। ਇਹਦਾ ਲਾਸਟ ਜੋ ਟੋਪਿਕ ਆਪਣਾ ਉਹ ਹੈ ਕੰਡੀਸ਼ਨਲ ਐਕਸਪ੍ਰੈਸ਼ਨ। ਕੰਡੀਸ਼ਨਲ ਐਕਸਪ੍ਰੈਸ਼ਨ ਦੇ ਵਿੱਚ ਕੀ ਹੈ,
ਆਪਾਂ ਜੋ ਇਫ ਐਲਸ ਸਟੇਟਮੈਂਟਸ ਲਿਖ ਰਹੇ ਸੀ ਉਹ ਸਿਰਫ ਇੱਕੋ ਹੀ ਲਾਈਨ ਦੇ ਵਿੱਚ ਲਿਖ ਸਕੀਏ, ਉਹਨੂੰ ਆਪਾਂ ਕੰਡੀਸ਼ਨਲ ਸਟੇਟਮੈਂਟ ਬੋਲਦੇ ਹਾਂ। ਜਿਵੇਂ ਕਿ ਤੁਸੀਂ ਕੋਡ ਦੇ ਵਿੱਚ ਦੇਖ ਸਕਦੇ ਹੋ A = B, ਜੇ A ਅਤੇ B ਦੀ ਵੈਲਿਊ ਬਰਾਬਰ ਹੈ ਤਾਂ ਆਪਣਾ C++ ਐਗਜ਼ੀਕਿਊਟ ਹੋਊਗਾ, ਅਦਰਵਾਈਜ਼ ਆਪਣਾ D++ ਐਗਜ਼ੀਕਿਊਟ ਹੋਊਗਾ। ਮਤਲਬ ਇਸ ਦੇ ਇੱਕ ਕੋਡ ਸਟਰਕਚਰ ਕੀ ਹੁੰਦੀ ਹੈ ਕਿ ਪਹਿਲਾਂ ਐਕਸਪ੍ਰੈਸ਼ਨ ਹੋਊਗਾ, ਫਿਰ ਕੁਐਸਚਨ ਮਾਰਕ ਹੋਊਗਾ, ਫਿਰ ਟਰੂ ਲਈ ਜੋ ਸਟੇਟਮੈਂਟ ਐਗਜ਼ੀਕਿਊਟ ਟਰੂ ਵਾਸਤੇ, ਫਿਰ ਕੋਲਨ ਪਾ ਕੇ ਫੋਲਸ ਲਈ। ਅਤੇ ਇਹਦਾ ਲੌਜੀਕਲ ਫਲੋ ਵੀ ਇਸੇ ਤਰ੍ਹਾਂ ਹੁੰਦਾ ਜਿਵੇਂ ਆਪਣਾ ਇਫ ਐਲਸ ਦਾ ਹੁੰਦਾ ਕਿ ਆਪਾਂ A ਦੀ ਕੰਡੀਸ਼ਨ ਚੈੱਕ ਕੀਤੀ, ਉਸ ਤੋਂ ਬਾਅਦ ਜੇ ਫਾਲਸ ਵੈਲਿਊ ਹੈ ਤਾਂ ਆਪਾਂ ਇੱਕ ਸਟੇਟਮੈਂਟ ਐਗਜ਼ੀਕਿਊਟ, ਜੇ ਟਰੂ ਵੈਲਿਊ ਹੈ ਤਾਂ ਇੱਕ ਆਪਾਂ ਡਿਫਰੈਂਟ ਸਟੇਟਮੈਂਟ ਐਗਜ਼ੀਕਿਊਟ ਕੀਤੀ। ਇਹ ਅੱਜ ਦੀ ਵੀਡੀਓ ਦੇ ਵਿੱਚ ਇਫ ਐਲਸ ਬਾਰੇ ਡਿਸਕਸ ਕੀਤਾ ਆਪਾਂ ਨੇ। ਥੈਂਕ ਯੂ।